ਪਰ ਹੁਣ ਜਿਵੇਂ ਹਿੱਲ-ਜੁਲ ਦਿਖ ਰਹੀ ਆ, ਲੱਗ ਰਹੀ ਆ ਉਮੀਦ ਕਰਨ ਜਿਸ ਵੀ। ਤਰ੍ਹਾਂ ਜੀ ਆਪਾਂ ਲਿੰਕ ਸੜਕ ਤੋਂ ਹਾਈਵੇ ਤੇ ਚੜ੍ਹਦੇ ਹਾਂ, ਹੁਣ ਅਸੀਂ ਇੱਕ ਹਾਈਵੇ ਸੜਕ ਤੇ ਚੜ੍ਹੇ ਹਾਂ ਜੀ ਆ ਕੇ। ਹੁਣ ਸਾਨੂੰ ਕੋਈ ਆਪਦਾ ਟੀਚਾ ਨਿਸ਼ਾਨਾ ਦਿਸ ਰਿਹਾ ਜੀ। ਤੇ ਵਕੀਲ ਸਾਹਿਬ ਨੇ ਜਿਵੇਂ ਦੱਸਿਆ ਜੀ ਕਿ ਜੋ ਲਵਪ੍ਰੀਤ ਲਵੀ ਦਾ ਸਹੁਰਾ, ਜੋ ਕਾਤਲ ਸਹੁਰਾ ਜੀ, ਉਹਨਾਂ ਵੱਲੋਂ ਕੋਈ ਸ਼ਬਦਾਂ ਦੀ ਗੱਲ ਕਹੀ ਆ, ਵੀ ਕੀ ਗੱਲਬਾਤ ਸੀਗੀ ਉਹ ਜੀ? ਹਾਂਜੀ, ਉਹ ਮੈਂ ਦੱਸਣ ਲੱਗਿਆ ਜੀ। ਉਹ ਮੁੱਦਾ ਪੂਰਾ ਦੱਸਣਾ ਤੁਸੀਂ ਵੀ ਕਿਦੋਂ ਕਿਵੇਂ ਹਾਂਜੀ। ਗੱਲ ਹੋਈ, ਪੂਰੀ ਗੱਲ ਸੁਣਾਉਣੀ ਹੈ। ਇਹ ਜੀ ਮਾੜਾ ਜਿਹਾ ਕੋਈ ਮੁੱਦਾ ਸੀਗਾ ਸਾਡਾ ਘਰੇ ਆਪਸ ਵਿੱਚ ਹੀ, ਪਿਓ ਪੁੱਤ ਦਾ ਸੀਗਾ ਕੋਈ ਮਾੜਾ ਮੋਟਾ। ਉਹ ਵੀ ਮੈਂ ਕਲੀਅਰ ਕਰ ਦਿੰਦਾ, ਉਹਦੇ 'ਚ ਡਾਊਟ ਨਾ ਰਵੇ ਜਨਤਾ ਨੂੰ। ਜਦੋਂ ਉਸ ਲੜਕੀ ਘਰ 'ਚ ਆ ਗਈ ਤੇ ਉਹਨੇ ਇਹੋ ਜਿਹੇ ਡਿਫਰੈਂਸਿਸ ਪੈਦਾ ਕੀਤੇ ਕਿ ਲਵਪ੍ਰੀਤ ਲਵੀ ਨੂੰ ਮਾਂ ਪਿਓ ਮਾੜੇ ਲੱਗਣ ਲੱਗ ਪਏ। ਉਹ ਪਰਿਵਾਰ ਚੰਗਾ ਲੱਗਣ ਲੱਗ ਗਿਆ ਕਿ ਉਹ ਸੁਪਨੇ ਦਿਖਾਉਣ ਲੱਗ ਪਿਆ ਤੈਨੂੰ ਕੈਨੇਡਾ ਲੈ ਜਾਣਾ। ਬੱਚੇ ਨੂੰ ਮਾਂ ਪਿਓ ਦੀ ਦੇਖੋ ਨਜ਼ਰ ਇੱਕ ਹੈਲੀਕਾਪਟਰ ਵਿਊ ਹੁੰਦਾ ਹੈ। ਬੱਚਾ ਬੱਚੇ ਦੀ ਨਜ਼ਰ ਨਾਲ ਵੇਖਦਾ ਹੈ। ਮਾਂ-ਬਾਪ ਨੇ ਕਿਹਾ ਵੀ ਤੇਰੀ ਖਾਤਰ ਪੈਸੇ ਲਾਉਣੇ ਪਏ ਆ, ਇਸ ਕਰਕੇ ਹੀ ਤੇਰੇ ਨਾਲ ਵਿਆਹ ਕਰਾਇਆ, ਇਸੇ ਕਰਕੇ ਪੈਸੇ ਖਰਚੇ ਆ ਤੇ ਤੈਨੂੰ ਖੜਾਂਗੇ, ਪਰ ਅਸੀਂ ਆਪਣੇ ਪੈਰ ਪੱਕੇ ਨਾਲ ਰੱਖਣੇ ਆ। ਉਹਦੇ ਵਿੱਚ ਲੜਕੀ ਵਾਲਿਆਂ ਦੀ ਜਿਹੜੀ ਨੀਤ ਸੀ ਕਾਤਲਾਂ ਦੀ, ਉਹ ਮਾੜੀ ਸੀ। ਉਹ ਪੈਸਾ ਵੀ ਹੜਪਣਾ ਚਾਹੁੰਦੇ ਸੀ, ਉਹ ਵੀ ਹੜਪਣਾ ਚਾਹੁੰਦੇ ਸੀ, ਤੇ ਉਹ ਚਾਹੁੰਦੇ ਸੀ ਕਿ ਮੁੰਡੇ ਨੂੰ ਕਬਜ਼ੇ 'ਚ ਕਰ ਲਈਏ, ਮਾਂ ਪਿਓ ਨੂੰ ਇਗਨੋਰ ਕਰਾ ਦਈਏ। ਜਿਵੇਂ ਇਹਨਾਂ ਨੇ ਹੁਣੇ ਭਾਜੀ ਨੇ ਦੱਸਿਆ ਕਿ ਉਹ ਰਿਸ਼ਤੇਦਾਰਾਂ ਤੋਂ ਵੀ ਤੋੜਦੀ ਪਈ ਸੀ ਉਹਨੂੰ ਵਾਰੀ-ਵਾਰੀ, ਵੀ ਇਹ ਇਕੱਲਾ ਰਹਿ ਜੇ, ਫਿਰ ਆਪਾਂ ਇਹਨੂੰ ਵਰਤ ਲਾਂਗੇ, ਫਿਰ ਇਹਦੇ ਕੋਲ ਜ਼ਮੀਨ ਜਾਇਦਾਦ ਵੀ ਸ਼ਾਇਦ ਨਵੇਂ ਲਵਾ ਲਾਂਗੇ ਜਾਂ ਕੋਈ ਹੋਰ ਵੀ ਲੱਲਾ ਭੱਬਾ ਕਰਾ ਲਾਂਗੇ। ਔਰ ਇੰਨਾ ਚਲਾਕ ਪਰਿਵਾਰ ਆ, ਪੂਰੀ ਫੀਸ ਭਰਵਾਈ ਉਹਨਾਂ ਨੇ, ਪਹਿਲੇ ਸਮੈਸਟਰ ਇਕੱਲੇ ਦੀ ਨਹੀਂ ਭਰਵਾਈ। ਨਹੀਂ ਤਾਂ ਜ਼ਿਆਦਾਤਰ ਲੋਕ ਪਹਿਲੇ ਸਮੈਸਟਰ ਦੀ ਭਰਵਾਉਂਦੇ ਆ, ਬਾਕੀ ਨਾ ਜੀ। ਮੈਂ ਕਹਿੰਦਾ ਚਲੋ ਨਾ ਕਮਾ ਕੇ ਭਰੋ, ਅਸੀਂ ਮਾਂ ਪਿਓ ਆ ਭਰ ਦਾਂਗੇ, ਬਟ ਨੀਤ ਸਾਹਮਣੇ ਆਉਂਦੀ ਹੈ। ਫਿਰ ਜਦੋਂ ਪੰਚਾਇਤ ਵਿੱਚ ਅਸੀਂ ਆਪਣੇ ਗਏ, ਲਵਪ੍ਰੀਤ ਵੀ ਆਇਆ ਉੱਥੇ, ਉਹਦਾ ਸਹੁਰਾ ਵੀ ਸੀ, ਕਾਤਲ ਸਹੁਰਾ। ਉਸ ਵੇਲੇ ਉਹਨਾਂ ਦੀ ਮਨਸ਼ਾ ਕਲੀਅਰ ਹੋ ਗਈ ਕਿ ਸਿਰਫ ਪੈਸੇ ਲੁੱਟਣ ਆਏ ਨੇ, ਨਾ ਕਿ ਇਹ ਪਰਿਵਾਰ ਦਾ ਰਿਸ਼ਤਾ ਪਰਿਵਾਰ ਵਾਂਗੂ ਜੋੜਨ ਆਏ ਨੇ। ਉਹ ਗੱਲਾਂ ਕੀ ਹੋਈਆਂ ਉਹ ਇਹ ਪਰਿਵਾਰ ਦੱਸੇਗਾ ਤੁਹਾਨੂੰ ਜੀ। ਹਾਂਜੀ, ਉਹ ਸਰਪੰਚ ਸਾਹਿਬ ਦੇ ਘਰ ਇਕੱਠ ਹੋਇਆ ਸੀਗਾ ਜੀ। ਪਹਿਲਾਂ ਤਾਂ ਇਹ ਮੈਨੂੰ, ਮੇਰੇ ਬੇਟੇ ਨੂੰ ਕਹਿੰਦਾ ਤੇਰੇ ਘਰ 2 ਗੱਡੀਆਂ ਨੇ, ਇੱਕ ਗੱਡੀ ਮੈਨੂੰ ਦੇ ਦਿਓ ਜੀ। ਤੁਸੀਂ ਪਹਿਲਾਂ ਨਾਂ ਦੱਸਣਾ ਵੀ ਕੌਣ ਕਿਹਨੂੰ ਕਹਿੰਦਾ, ਉਸ ਕਰੈਕਟਰ ਦਾ ਨਾਂ ਲਓ। ਜਗਦੀਪ ਸਿੰਘ ਲਵਪ੍ਰੀਤ ਦਾ ਸਹੁਰਾ ਜੀ, ਮੇਰੇ ਬੇਟੇ ਲਵਪ੍ਰੀਤ ਨੂੰ ਕਹਿੰਦਾ ਵੀ ਇੱਕ ਗੱਡੀ ਮੈਨੂੰ ਦੇ ਦੇ। ਮੈਨੂੰ ਕਹਿੰਦਾ ਡੈਡੀ ਗੱਡੀ ਮੰਗਦਾ। ਮੈਂ ਕਿਹਾ ਇਹ ਬਿਲਕੁਲ ਨਹੀਂ ਕਰਨਾ। ਗੱਡੀ ਸਹੁਰਾ ਜਵਾਈ ਨੂੰ ਦਿੰਦਾ ਹੁੰਦਾ ਕਿ ਜਵਾਈ ਸਹੁਰੇ ਨੂੰ? ਰੋਟੀਆਂ ਤੱਕ ਬਸ ਜੀ। ਫਿਰ ਉਸ ਤੋਂ ਬਾਅਦ ਕੀ ਹੋਇਆ ਜੀ, ਮੈਨੂੰ ਕਹਿੰਦਾ 2 ਲੱਖ ਰੁਪਈਏ ਦੀ ਮੇਰੇ ਕੋਲੋਂ ਡਿਮਾਂਡ ਕਰੀ ਉਹਨੇ ਲੈਣ ਦੀ। ਕਹਿੰਦਾ ਵੀ ਮੈਨੂੰ 2 ਲੱਖ ਰੁਪਈਆ ਦੇ, ਤੇਰੇ ਕੋਲੇ ਹੈਗੇ ਨੇ? ਵੀ ਮੈਂ ਬਹੁਤ ਔਖਾ। ਮੈਂ ਕਿਹਾ ਵੀ ਮੈਂ ਤਾਂ ਹੁਣ ਵਿਆਹ ਕਰਕੇ ਹਟਿਆ, ਸਾਰਾ ਪੈਲਸ ਦਾ ਖਰਚਾ ਸੀ, ਜੋ ਵੀ ਖਰਚਾ ਸੀਗਾ। ਤੇ ਮੈਂ ਕਿਹਾ ਹਾਂ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਤੈਨੂੰ 2 ਲੱਖ ਰੁਪਈਆ ਦਵਾ ਦਿੰਦਾ, ਕੋਈ ਆਪਦੇ ਪਲਾਟ ਦੀ ਰਜਿਸਟਰੀ ਜਾਂ ਆਪਦੇ ਘਰ ਦੀ ਰਜਿਸਟਰੀ ਬਿਨਾਂ ਤਸੱਲੀ ਤੋਂ ਕੋਈ ਪੈਸਾ ਨਹੀਂ ਦਿੰਦਾ। ਉਹ ਚੁੱਪ ਕਰ ਗਿਆ ਜੀ। ਫਿਰ ਸਰਪੰਚ ਦੇ ਕੋਲੇ, ਸਰਪੰਚ ਨੂੰ ਕਹਿ ਕੇ ਗਿਆ ਜਿੱਦਾਂ ਸਾਡਾ ਫੈਸਲਾ ਹੋਇਆ, ਪੰਚਾਇਤੀ ਰਾਜਨਾਮਾ ਹੋਇਆ, ਕਹਿੰਦਾ ਮੇਰੇ ਅੱਗੇ 2 ਕਤਲ ਕਰੇ ਹੋਏ ਨੇ, ਇੱਕ ਅੱਧਾ ਕਤਲ ਹੋਰ ਹੋ ਜਾਊਗਾ। ਸਾਡੇ ਸਰਪੰਚ ਸਾਹਿਬ ਨੇ ਅੱਜ ਆਉਣਾ ਸੀ। ਉਹਨੇ ਕਿਹਦੇ ਸ਼ਬਦ ਸੀ ਜੀ ਇਹ? ਇਹ ਜਗਦੀਪ ਸਿੰਘ ਦੇ ਜੀ, ਲਵਪ੍ਰੀਤ ਦੇ ਸਹੁਰੇ ਦੇ ਸ਼ਬਦ ਸੀਗੇ ਜੀ। ਲਵਪ੍ਰੀਤ ਦੇ ਸਹੁਰੇ ਨੇ ਸ਼ਰੇਆਮ ਸ਼ਬਦਾਂ 'ਚ ਬੋਲਿਆ ਵੀ 2 ਕਤਲ ਮੈਂ ਪਹਿਲਾਂ ਕਰੇ ਹੋਏ ਨੇ, ਇੱਕ ਅੱਧਾ ਹੋਰ ਕਰ ਦੂੰਗਾ, ਮੈਨੂੰ ਕੋਈ ਫਰਕ ਨਹੀਂ। ਇਹ ਪੰਚਾਇਤ ਨੂੰ ਧਮਕੀ ਲਾ ਕੇ ਆਇਆ ਸੀ ਵਿਦ ਰਿਸਪੈਕਟ ਟੂ ਜਾਂ ਇਹਨਾਂ ਦਾ ਤੇ ਜਾਂ ਲਵਪ੍ਰੀਤ ਦਾ। ਸਿੰਪਲ ਜੀ ਗੱਲ ਹੈ। ਹੋਰ ਤੇ ਆਪਣੀ ਕੁੜੀ ਦਾ ਤੇ ਕਤਲ ਕਰਨ ਹੋ ਰਿਹਾ ਪੰਚਾਇਤ ਨੂੰ ਜੀ। ਹਾਂਜੀ। ਤੇ ਉਸ ਤੋਂ ਬਾਅਦ ਜੀ ਕਾਫੀ ਮਤਲਬ ਪਹਿਲਾਂ ਆਪਦੇ ਦਾ ਪੇਚ ਖੇਡਦਾ ਰਿਹਾ। ਫਿਰ ਲਵਪ੍ਰੀਤ ਦੀ ਸੱਸ ਕਹਿੰਦੀ ਵੀ ਜਦੋਂ ਤੁਸੀਂ ਕੈਨੇਡਾ ਜਾਣਾ ਤਾਂ ਅਸੀਂ ਇਹ ਤੁਹਾਡੀ ਕੋਠੀ 'ਚ ਰਹਿ ਲਾਂਗੇ, ਜਾਣੀ ਕਿ ਗੱਲ ਮੁਕਾਓ। ਮੇਰੀ ਜ਼ਮੀਨ ਤੇ ਮਰਵਾਉਣਾ ਤਾਂ ਜੀ ਉਹ ਮੈਨੂੰ ਚਾਹੁੰਦੇ ਸੀਗੇ, ਉਹ ਕਿਸੇ ਢੰਗ ਨਾਲ ਮਰਵਾਉਣਾ ਚਾਹੁੰਦੇ ਸੀ। ਮੇਰੇ ਬੇਟੇ ਤੋਂ ਮੇਰਾ ਔਰ ਮੇਰੀ ਘਰਵਾਲੀ ਦਾ ਕਤਲ ਕਰਾਉਣਾ ਚਾਹੁੰਦੇ ਸੀ, ਪਰ ਬੇਟਾ ਜਦੋਂ ਉਹਨਾਂ ਦੇ ਖਿਲਾਫ ਹੋ ਗਿਆ, ਉਹਦਾ ਕਤਲ ਕਰਤਾ ਉਹਨਾਂ ਨੇ। ਉਹਨਾਂ ਦਾ ਮਤਲਬ ਇਹ ਸੀ ਵੀ ਮਗਰੋਂ ਅਸੀਂ ਸਾਰਾ ਕੁਝ ਇੱਥੋਂ ਸਾਂਭ ਲਾਂਗੇ, ਸਾਰਾ ਕੁਝ ਕਬਜ਼ਾ ਕਰਨਾ ਚਾਹੁੰਦੇ ਸੀ। ਬੇਟੀ ਸਾਡੀ ਬਾਹਰ ਚਲੀ ਜਾਊਗੀ, ਇਹ ਪਰਿਵਾਰ ਦੇ ਵਿੱਚ ਲੜਾਈ ਝਗੜਾ ਕਰਵਾ ਕੇ। ਜ਼ਮੀਨ ਪੈਲੀ ਠੱਪਾ, ਕੋਠੀ ਵੀ ਬੜੀ ਵਧੀਆ ਰੱਬ ਦੀ ਦਇਆ ਨਾਲ ਬਣੀ ਹੋਈ ਹੈ, ਬੜੇ ਇਮਾਨਦਾਰ ਪਰਿਵਾਰ ਆ। ਮੈਂ ਇਹਨਾਂ ਦੇ ਘਰੇ ਜਾ ਕੇ ਆਇਆ ਤੇ ਉਹਨਾਂ ਦੀ ਨਜ਼ਰ ਆ ਗਈ ਸੀ ਵੀ ਮੁੰਡੇ ਨੂੰ ਕਬਜ਼ੇ 'ਚ ਕਰੀਏ, ਇਹਨਾਂ ਨੂੰ ਰੋਲੀਏ। ਉਹ ਮੁੰਡੇ ਨੂੰ ਮੋਹਰਾ ਬਣਾ ਕੇ ਉਹਦੇ ਕੋਲੋਂ ਕੋਈ ਨਾ ਕੋਈ ਪੰਗੇ ਦਵਾ ਕੇ, ਪਰ ਮੁੰਡੇ ਨੂੰ ਜਦੋਂ ਉਹਦੀਆਂ ਅੱਖਾਂ ਖੁੱਲ ਗਈਆਂ, ਲਾਸਟ ਦੇ ਜਦੋਂ ਪਹਿਲਾਂ ਮੰਮੀ ਨੂੰ ਫੋਨ ਕਰਦਾ ਕਿ ਮੈਂ ਘਰੇ ਆਉਣ ਲੱਗਾ, ਫਿਰ ਉਹ ਦੀਪੂ ਨੂੰ ਫੋਨ ਕਰਦਾ ਕਿ ਯਾਰ ਮੈਂ ਤੰਗ ਪਰੇਸ਼ਾਨ ਹਾਂ, ਇਹਨਾਂ ਨੇ ਮੈਨੂੰ ਮਾਰ ਦੇਣਾ ਸੀ। ਕਿਉਂਕਿ ਉਹਦੀ ਜਦੋਂ ਉਹ 3-4 ਲੱਖ ਦੇ ਸੋਨੇ ਦਾ ਕਹਿਣ ਜੀ 50,000 ਮਿਲਦਾ, ਕਦੀ 60,000 ਮਿਲਦਾ। ਉਹ ਕਹਿੰਦਾ ਨਹੀਂ ਤੁਸੀਂ ਵਾਪਸ ਦੇ ਦਿਓ ਜੀ, ਮੇਰਾ ਡੈਡੀ ਆਪੇ ਤੁਹਾਨੂੰ ਟਿਕਟ ਲੈ ਦਿੰਦਾ, ਤੁਹਾਨੂੰ ਕਾਹਦੀ ਚਿੰਤਾ ਹੈ। ਉਹ ਪੈਸਾ ਵੀ ਨਹੀਂ, ਉਹ ਸੋਨਾ ਟੈਕਨੀਕਲੀ ਉਹ ਨਹੀਂ ਸੀ ਜਿਹੜਾ ਕੁੜੀ ਨੂੰ ਪਾਇਆ ਸੀ ਆਪਾਂ। ਉਹਦੀ ਕੜਾ, ਉਹਦੀ ਮੁੰਦਰੀ, ਮੰਮੀ ਦਾ ਕੋਈ ਸਮਾਨ, ਯਾਨੀ ਕਿ ਲਵਪ੍ਰੀਤ ਦੇ ਮੰਮੀ ਦਾ, ਲਵਪ੍ਰੀਤ ਦਾ ਸੋਨਾ ਸੀ ਜਿਹੜਾ ਕੁੜੀ ਤਰੀਕੇ ਨਾਲ ਬਹਾਨਾ ਮਾਰ ਕੇ ਲੈ ਗਈ ਸੀ। ਕੁੜੀ
ਪੇਕਿਆਂ ਨੇ ਤਾਂ ਕੋਈ ਚੱਜ ਦਾ ਪਾਇਆ ਨਹੀਂ, ਪਰ ਸਹੁਰਿਆਂ ਨੇ ਜੋ ਸੋਨਾ ਪਾਇਆ ਸੀ ਉਹ ਵੀ ਲੈ ਗਈ। ਮੰਮੀ ਕੋਲੋਂ ਜਿਹੜੀਆਂ ਧਾਰੀਆਂ ਮੰਗੀਆਂ ਸੀ ਸੱਸ ਆਪਣੀ ਕੋਲੋਂ ਉਹ ਵੀ ਲੈ ਗਈ। ਹੋਰ ਵੀ ਜੋ ਚੀਜ਼ਾਂ ਸੀਗੀਆਂ ਉਹ ਚੱਕ ਕੇ ਲੈ ਗਈ। ਪਰ ਜਦੋਂ ਆਹ ਵਾਲਾ ਲਾਸਟ ਆਇਆ ਉਹਨਾਂ ਨੇ ਕਿਹਾ ਵੀ ਪਹਿਲਾਂ ਸੋਨਾ ਉਹ ਲੈ ਗਈ, ਘੱਟੋ ਘੱਟ ਆਹੋ ਹੀ ਦੇ ਦਿਓ। ਇਹ ਵੇਚ ਕੇ 2 ਲੱਖ ਰੁਪਏ ਦੀ ਟਿਕਟ ਸੀ ਉਸ ਵੇਲੇ ਵੀ ਤੁਹਾਨੂੰ ਟਿਕਟ ਵੀ ਲੈ ਦਿੰਦੇ ਆ, ਚੱਲ ਜਾਏਗੀ ਕੁੜੀ। ਪਰ ਉਹਨਾਂ ਨੇ ਜਦੋਂ ਵੇਖਿਆ ਤੇ ਲਵਪ੍ਰੀਤ ਦੀਆਂ ਅੱਖਾਂ ਉੱਥੇ ਖੁੱਲ ਗਈਆਂ। ਉਹਨੇ ਜਦੋਂ, ਮੈਨੂੰ ਇਹ ਲੱਗਦਾ ਵੀ ਉਹਨੇ ਰਿਜੈਂਟਮੈਂਟ ਦਿਖਾਈ ਹੋਣੀ ਹੈ ਕਿ ਤੁਸੀਂ ਲੋਕ ਸਾਡੇ ਨਾਲ ਠੱਗੀ ਮਾਰ ਰਹੇ ਹੋ, ਮੇਰੇ ਪਰਿਵਾਰ ਨੂੰ ਪਾਗਲ ਬਣਾ ਰਹੇ ਹੋ, ਮੈਨੂੰ ਤੁਸੀਂ ਬਣਾ ਲਿਆ। ਤੇ ਮਹੀਨੇ 'ਚ ਉਹਨਾਂ ਦਾ ਰਾਜ ਖੁੱਲਿਆ। ਉਦੋਂ ਉਹਨਾਂ ਨੇ ਆਪਣਾ ਚੌਥਾ ਬੰਦਾ ਜਿਹੜਾ ਕਿਰਾਏਦਾਰ ਦੀਪੂ ਹੈ ਨਾ ਜੀ, ਕਿਰਾਏਦਾਰ ਦਾ ਨਾਮ, ਉਹਨੂੰ ਸੱਦਿਆ। ਚਾਰਾਂ ਨੇ ਰਲ ਕੇ ਇਹਨੂੰ ਕਤਲ ਕੀਤਾ। ਸੱਸ ਪ੍ਰੋਫੈਸ਼ਨਲ ਨਰਸ ਹੈ, ਉਹਨੇ ਖੱਬੀ ਬਾਂਹ 'ਚ ਟੀਕਾ ਠੋਕਤਾ ਵੀ ਟੀਕਾ ਲਾ ਦਿਓ ਇਹਦੀ ਬਾਂਹ 'ਤੇ ਜ਼ਹਿਰ ਦਾ, ਔਰ ਉਹਨਾਂ ਦੀ ਤਿਆਰੀ ਪਹਿਲਾਂ ਹੋਣੀ ਹੈ, ਔਰ ਉਹਦੇ ਨਾਲ ਤੜਫ ਕੇ ਉਹ ਮਰਿਆ। ਵਿਸਰਾ ਰਿਪੋਰਟ 'ਚ ਆ ਜਾਣਾ ਸਭ ਕੁਝ ਸਾਹਮਣੇ, ਸਿੱਧੀ ਗੱਲ। ਤੇ ਜਦੋਂ ਆਏਗਾ ਤੇ ਕਲੀਅਰ ਕੱਟ ਹੈ। ਇੱਥੇ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਦਾ ਜੀ। ਜਦੋਂ ਅਸੀਂ ਪੁਲਿਸ ਪਾਰਟੀ ਦੀ ਪਹਿਲੇ ਦਿਨ ਰੇਡ ਕਰਵਾਈ, ਉੱਥੇ ਜਿਹੜੇ ਕਿਰਾਏਦਾਰ ਸੀਗੇ, ਇੱਕ 22 ਸਾਲ ਦੀ ਲੜਕੀ ਸੀਗੀ, ਇਹਦੇ ਸਹੁਰੇ ਪਰਿਵਾਰ, ਹਾਂਜੀ, ਕਾਤਲਾਂ ਦੇ ਘਰੇ ਨੀਚੇ ਰਹਿੰਦੇ ਆ ਜੀ। ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਕੌਣ ਕੌਣ ਸੀ? ਤੇ ਉਹ ਕਹਿੰਦੀ ਵੀ ਇੱਕ ਮੋਹੋਲੀ ਖੁਰਦ ਤੋਂ ਸਾਡੇ ਨਾਲ ਹੀ ਪਿੰਡ ਪੈਂਦਾ, ਉਹਦੀ ਸਕੀ ਮਾਸੀ, ਲਵਪ੍ਰੀਤ ਦੀ ਬਹੂ ਦੀ ਸਕੀ ਮਾਸੀ, ਉਹ ਵੀ ਉਸ ਦਿਨ ਉੱਥੇ ਮੌਜੂਦ ਸੀਗੀ ਜਿਸ ਦਿਨ ਕਤਲ ਹੋਇਆ ਜੀ। ਹਾਂਜੀ, ਉਹ ਵੀ ਉਸ ਦਿਨ ਮੌਜੂਦ ਸੀ। ਅਸੀਂ ਪਰਸੋਂ ਕੁ ਵੀ ਗਏ ਆ, ਪਰਸੋਂ ਕੁ ਵੀ ਪੁਲਿਸ ਨੂੰ ਨਾਲ ਲਿਜਾ ਕੇ ਰੇਡ ਮਰਵਾਈ ਆ। ਪੁਲਿਸ ਸਾਨੂੰ ਕਹਿੰਦੀ ਉਹ 15 ਦਿਨ ਬਾਅਦ ਆਉਂਦੇ ਆ, ਆਪਦੇ ਕੱਪੜੇ ਬਦਲ ਕੇ ਲੈ ਜਾਂਦੇ ਆ। ਉਹ ਕਿਰਾਏਦਾਰ ਧੋ ਦਿੰਦੇ ਆ, ਉਹ ਦੂਜੇ ਲੈ ਜਾਂਦੇ ਆ, ਬਦਲ ਕੇ ਲੈ ਜਾਂਦੇ ਆ। ਤੇ ਉਹਨਾਂ ਨੇ, ਅਸੀਂ ਕਿਹਾ ਵੀ ਹੋਰ ਦੱਸੋ ਸਾਨੂੰ ਕੁਛ ਹੋਰ। ਕਹਿੰਦੇ ਜੀ ਸਾਨੂੰ ਡਰ ਲੱਗਦਾ ਕਿਤੇ ਸਾਨੂੰ ਨਾ, ਮਤਲਬ ਹੋਰ ਸਾਡੇ ਕੋਲ ਬਾਹਲੀਆਂ ਗੱਲਾਂ ਨਹੀਂ ਕਰੀਆਂ ਉਹਨਾਂ ਨੇ। ਹਾਂਜੀ, ਪਰ ਕਹਿਣ ਦਾ ਭਾਵ, ਜੇ ਪੁਲਿਸ ਇਮਾਨਦਾਰ ਹੋਵੇ ਤੇ ਜੇ ਆਮ ਆਦਮੀ ਜਾ ਕੇ ਗੱਲ ਪੁੱਛ ਪ੍ਰਤੀਤ ਕਰ ਸਕਦਾ ਹੈ ਔਰ ਉਹਨੂੰ ਇੱਕ ਕਲੂ ਮਿਲ ਸਕਦਾ ਹੈ, ਤੇ ਪੁਲਿਸ ਨੂੰ ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਪੁਲਿਸ ਦੀ ਨੀਤ ਟੈਕਨੋਲੋਜੀ ਦੇ ਸਮੇਂ ਦੇ ਵਿੱਚ ਤਾਂ ਕੁਝ ਔਖਾ ਨਹੀਂ ਹੈ। ਮਾਸੀ ਨੂੰ ਕਿਉਂ ਨਹੀਂ ਅੱਜ ਤੱਕ ਬੁਲਾਇਆ ਗਿਆ? ਮੈਂ ਕਹਿੰਦਾ ਚਲੋ ਅਰੈਸਟ ਨਾ ਕਰੋ, ਬੁਲਾ ਕੇ ਪੁੱਛ ਤੇ ਲਓ। ਔਰ ਆਂਢੀਆਂ ਗਵਾਂਢੀਆਂ ਕੋਲ ਜਾ ਕੇ, ਪੁਲਿਸ ਦੀ ਭਾਸ਼ਾ 'ਚ ਉਹਨੂੰ ਕਹਿੰਦੇ ਖੁਫੀਆ ਤੇ ਐਲਾਨੀਆ ਰਿਪੋਰਟ। ਕਿਆ ਪੁਲਿਸ ਖੁਫੀਆ ਐਲਾਨੀਆ ਰਿਪੋਰਟ ਅੱਜ ਨਹੀਂ ਬਣਦੀ ਵੀ ਉਹਦੇ ਕੋਲੋਂ? ਕਿਆ ਜਾ ਕੇ ਮਹੱਲੇ 'ਚ ਤਫਤੀਸ਼ ਨਹੀਂ ਕਰ ਸਕਦੀ? ਨਹੀਂ ਕਰਦੀ ਵੀ ਕਿਉਂਕਿ ਪੈਸੇ ਚੜੇ ਆ। ਪੰਜਾਬੀ 'ਚ ਸਿੱਧਾ ਕਹਿੰਦੇ ਨਾ, ਮੂੰਹ ਕਾਲਾ ਕਰਾਇਆ। ਤੇ ਜਦੋਂ ਮੂੰਹ ਕਾਲਾ ਕਰਾਇਆ ਤੇ ਫਿਰ ਇਹਨਾਂ ਕੋਲੋਂ 8000 ਰੁਪਏ ਲੈ ਲਿਆ। ਦੱਸੋ ਤੁਸੀਂ 8000 ਵਾਲੀ ਗੱਲ ਵੀ ਸੁਣਾਓ ਭਾਜੀ। ਹਾਂਜੀ, ਇਹ ਨਰਿੰਦਰ ਸਿੰਘ ਰੁਪਈਆ ਤਾਂ ਜੀ ਵੱਧ ਮੰਗਦਾ ਸੀਗਾ। ਮੈਂ ਉਹਨੂੰ, ਮੈਂ ਮਾਫ ਕਰਨਾ, ਇਸ ਜਵਾਬ ਤੋਂ ਪਹਿਲਾਂ ਮੈਂ ਇੱਕ ਗੱਲ ਇੱਥੇ ਜ਼ਰੂਰ ਐਡ ਆਨ ਕਰਨੀ ਚਾਹਾਂਗਾ, ਕਿਉਂਕਿ ਫਿਰ ਤੁਸੀਂ ਇਸ ਜਵਾਬ ਨੂੰ ਬਾਖੂਬੀ ਚੰਗੇ ਤਰੀਕੇ ਨਾਲ ਸਮਝ ਸਕੋਗੇ। ਇੱਕ ਪਿਓ ਜਿਸ ਦਾ ਕਿ ਇਕਲੌਤਾ ਪੁੱਤ ਉਹਦੇ ਸਹੁਰਿਆਂ ਵੱਲੋਂ ਮਾਰ ਦਿੱਤਾ ਜਾਂਦਾ ਹੈ, ਬੁਢਾਪੇ ਦਾ ਸਹਾਰਾ, ਪਰਿਵਾਰ ਦੀ ਆਸਾਂ ਉਮੀਦਾਂ ਦੀ ਕਿਰਨ, ਇੱਕ ਉਹ ਬੱਚਾ ਜਿਸ ਦਾ ਕਤਲ ਕਰ ਦਿੱਤਾ ਜਾਂਦਾ। ਇਹਨਾਂ ਦੀ ਇੱਕ ਤਰੀਕੇ ਨਾਲ ਪੂਰੀ ਦੁਨੀਆ ਹੀ ਖਤਮ ਹੋ ਜਾਂਦੀ ਹੈ। ਪਰ ਫਿਰ ਵੀ ਇਨਸਾਨੀਅਤ ਨਾਤੇ ਉਸ ਪਰਿਵਾਰ ਦੀ ਸਹਾਇਤਾ, ਆਪਣੀ ਡਿਊਟੀ ਪੂਰੀ ਕਰ ਲੈਂਦੇ। ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਦੇ ਕੁਝ ਫਾਇਦਾ ਕਰਦੇ, ਇਹਨਾਂ ਦਾ ਜੋ ਆਪਣੀ ਡਿਊਟੀ ਬਣਦੀ ਸੀ ਉਹ ਪੂਰੀ ਕਰ ਲੈਂਦੇ। ਪਰ ਕੀ ਕੀਤਾ ਪੁਲਿਸ ਵਾਲਿਆਂ ਨੇ, ਉਹ ਤੁਸੀਂ ਇਹਨਾਂ ਤੋਂ ਸੁਣੋ। ਕੀ ਕੀਤਾ ਨਹੀਂ, ਕਿਹੜੀ ਕਾਲੀ ਕਰਤੂਤ ਕੀਤੀ ਹੈ। ਇਹ ਐਸਆਈ ਨਰਿੰਦਰ ਸਿੰਘ ਸੀਗਾ ਜੀ। ਉਹ ਮੰਗਦਾ ਤਾਂ ਮੇਰੇ ਤੋਂ 50,000 ਰੁਪਈਆ ਸੀਗਾ। ਕੁਦਰਤੀ ਉਸ ਦਿਨ ਇੱਕ ਤਾਂ ਬੇਟੇ ਦੀ ਸੱਜਰੀ ਮੌਤ ਹੋਈ ਸੀਗੀ, ਤੀਜਾ ਚੌਥਾ ਦਿਨ ਸੀਗਾ, ਤੇ ਉਹਨੂੰ ਕੱਢ ਕੇ ਮੈਂ 8,000 ਰੁਪਈਆ ਦੇਤਾ। ਮੈਂ ਕਿਹਾ ਵੀ ਬਾਕੀ ਕੋਈ ਨਹੀਂ, ਫੇਰ ਦੇਖ ਲਾਂਗੇ। ਉਹ ਦੂਜੇ ਦਿਨ ਹੀ ਉਹ ਬਦਲ ਗਿਆ ਜੀ। ਮਲਕੀਤ ਸਿੰਘ ਸਬ ਇੰਸਪੈਕਟਰ ਦੀ ਡਿਊਟੀ ਲਾਤੀ ਜੀ। ਤੇ ਉਸ ਤੋਂ ਬਾਅਦ ਅਸੀਂ ਗਏ, ਅਸੀਂ ਐਸਪੀ ਸਾਹਿਬ ਨੂੰ ਮਿਲੇ, ਅਸੀਂ ਉਹਨੂੰ ਸੱਚੀ ਗੱਲ ਦੱਸੀ ਜੀ। ਤੇ ਅਸੀਂ ਕਿਹਾ ਵੀ 5,000 ਤਾਂ ਪਹਿਲਾਂ ਵੀ ਸਾਡੇ ਕਿਸੇ ਮੁੰਡੇ ਤੋਂ ਲੈ ਗਿਆ। ਉਹ ਮੁੰਡਾ ਸਾਡਾ ਇਟਲੀ ਚਲਿਆ ਗਿਆ, ਭਤੀਜਾ ਸੀ ਮੇਰਾ। ਤੇ ਕਹਿੰਦਾ ਜੀ ਸੋਤੋਂ, ਮੈਂ ਕਿਹਾ ਜੀ ਮੇਰੇ ਤੋਂ 8,000 ਰੁਪਈਆ ਲਿਆ। ਜਦ ਹੀ ਸਾਡੇ ਬੈਠਿਆਂ ਤੋਂ ਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੂੰ, ਨੀਰਜ ਕੁਮਾਰ ਨੂੰ ਫੋਨ ਕੀਤਾ। ਅਸੀਂ ਪਹੁੰਚੇ ਜੀ ਥਾਣਾ ਹੈਬੋਵਾਲ। ਸਾਨੂੰ ਨੀਰਜ ਕੁਮਾਰ ਐਸਐਚਓ ਨੇ ਕੱਢ ਕੇ 8,000 ਰੁਪਈਆ ਆਪਦੀ ਜੇਬ 'ਚੋਂ ਦੇਤਾ। ਨਰਿੰਦਰ ਸਿੰਘ ਸਾਨੂੰ ਗਏ ਵੀ ਹੋ ਗਿਆ ਜੀ ਮੇਰੇ ਸਾਹਮਣੇ, ਕੱਲ੍ਹ ਪਰਸੋਂ ਵੀ ਅਸੀਂ ਗਏ ਹਾਂ, ਸਾਨੂੰ ਦਿਸੇ ਹੀ ਨਹੀਂ। ਉਹ ਮੈਨੂੰ ਦੇਖ ਕੇ ਹੀ ਭੱਜ ਜਾਂਦਾ ਉਹ ਥਾਣੇ 'ਚੋਂ। ਹਾਂਜੀ, ਨਜ਼ਰਾਂ ਵੀ ਕਿਵੇਂ ਮਿਲਾਉਣਗੇ ਜੀ। ਇੱਥੇ ਅਸੀਂ ਵੀ ਇੱਕ ਤਰੀਕੇ ਦੀਆਂ ਲਾਹਨਤਾਂ ਖੱਟਣ ਵਾਲਾ ਹੀ ਕੰਮ ਕੀਤਾ ਉਹਨਾਂ ਨੇ, ਕਿ ਉਹ ਪਰਿਵਾਰ ਜਿਹੜੇ ਪਹਿਲਾਂ ਹੀ ਦੁੱਖਾਂ ਦਾ ਪਹਾੜ ਟੁੱਟਿਆ ਪਿਆ, ਇੱਕ ਇਨਸਾਨ ਇੰਨੀ ਹਿੰਮਤ ਕਿਵੇਂ ਕਰ ਸਕਦਾ, ਇਹ ਵੀ ਇੱਕ ਸੋਚਣ ਵਾਲਾ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਇਹਨਾਂ ਨੇ ਆਪਣੇ ਘਰ ਦਾ ਜੀ ਗਵਾਇਆ ਤੇ ਇਹਨਾਂ ਕੋਲ 50,000 ਮੰਗਿਆ, ਤੇ ਜਿੰਨੇ ਕਤਲ ਕੀਤਾ ਉਹ ਉਹਨਾਂ ਕੋਲ ਤੇ 5 ਲੱਖ ਲਿਆ ਹੀ ਹੋਊਗਾ ਨਾ ਫਿਰ। ਤੇ ਇਹੋ ਜਿਹੇ ਦੇ ਆਪਣੇ ਪੁੱਤ ਮਰਨ, ਅਸੀਂ ਤੇ ਬਦਦੁਆਵਾਂ ਦਿੰਦੇ ਹਾਂ। ਇਨਸਾਨ ਹੋਣ ਦੇ ਨਾਤੇ, ਵਕੀਲ ਹੋਣ ਦੇ ਨਾਤੇ ਜੋ ਕਰਨਾ ਉਹ ਤੇ ਅਸੀਂ ਕਰਾਂਗੇ ਹੀ, ਪਰ ਇੰਨੀ ਤੇ ਸ਼ਰਮ ਆਉਣੀ ਚਾਹੀਦੀ ਹੈ ਨਾ। ਤੇ ਮਤਲਬ ਦੁਰਲਾਹਨਤ ਹੀ ਕਹਾਂਗਾ ਮੈਂ ਇਹਨਾਂ ਨੂੰ। ਇਸ ਤੋਂ ਅੱਗੇ ਤੇ ਮਤਲਬ
ਹੋਰ ਬਚਿਆ ਕੀ ਇਹਨਾਂ ਕੋਲ? ਜੁੱਤੀਆਂ ਦਾ ਹਾਰ ਪਾ ਲੈਣ ਗੱਲ 'ਚ, ਉਹ ਪਾ ਕੇ ਘੁੰਮਣ, ਜਾਂ ਕਟੋਰਾ ਰੱਖ ਲੈਣ ਪੁਲਿਸ ਥਾਣੇ ਦੇ ਬਾਹਰ, ਅਸੀਂ ਪਾ ਦਿੰਦੇ ਜਾ ਕੇ ਹੋਰ ਪੈਸੇ। ਅੱਜ ਵੀ ਪੁਲਿਸ ਨੂੰ ਮੈਂ ਆਫਰ ਦੇਣਾ ਚਾਹੀਦਾ, ਮੇਰੇ ਕੋਲ ਮੰਗ ਲਓ, ਇਸ ਪਰਿਵਾਰ ਕੋਲ ਰਹਿਣ ਦਿਓ, ਬਥੇਰੇ ਮੈਂ ਦੇ ਦੂੰਗਾ। ਕੰਮ ਕਰਕੇ ਦਿਖਾਓ, ਬੰਦੇ ਸਹੀ ਫੜ ਕੇ ਦਿਖਾਓ ਨਾ, ਸਮਝ ਲੱਗੇ ਸਾਨੂੰ ਕਿ ਤੁਸੀਂ ਇਮਾਨਦਾਰ ਜੇ। ਇਹ 2-4 ਬੰਦੇ ਨੇ ਜਿਹੜੇ ਸਾਰੀ ਪੁਲਿਸ ਨੂੰ ਬਦਨਾਮ ਕਰਦੇ। ਐਸਐਚਓ ਨੇ ਨਹੀਂ, ਇੱਕ ਗੱਲ ਦੱਸੋ, ਐਸਐਚਓ ਨੇ ਪਹਿਲਾਂ ਪੈਸੇ ਕਿਉਂ ਨਹੀਂ ਦਵਾਏ? ਇਹਦਾ ਮੈਂ ਐਸਐਚਓ ਦੀ ਨੌਲੇਜ 'ਚ ਸੀ ਨਾ। ਹੁਣ ਐਸਐਚਓ ਨੀਰਜ ਨੂੰ ਕੌਣ ਸਵਾਲ ਪੁੱਛੇਗਾ? ਕਿਉਂਕਿ ਪੁਲਿਸ ਹੈ, ਪੁਲਿਸ ਦਾ ਸਾਥ ਦੇਗੀ, ਉਹਨਾਂ ਨੂੰ ਸਵਾਲ ਨਹੀਂ ਪੁੱਛੇਗੀ। ਮੈਂ ਕਹੀ ਤੇ ਜਾਂਦਾ, ਮੈਂ ਅੱਜ ਕਹਿੰਦੇ ਐਲਓਸੀ ਦੇ ਦੇ, ਕਹਿੰਦਾ ਉਹ ਉੱਥੇ ਫਾਈਲ 'ਚ ਪਈ ਹੈ। ਮਿਸਲ ਤੂੰ ਨਾਲ ਲੈ ਕੇ ਆਇਆ, ਉਹ ਤੇਰੇ ਲਿਫਾਫੇ 'ਚ ਹੈ, ਤੇ ਐਲਓਸੀ ਕਿਵੇਂ ਛੱਡ ਆਇਆ? ਪੇਪਰ ਤਾਂ ਸਾਰੇ ਚਾਹੀਦੇ ਸੀ ਜੋ ਨਹੀਂ ਹੁੰਦਾ ਹੀ ਹੈ। ਹਰ ਮਿਸਲ ਨਾਲ ਮੇਰੇ ਕੋਲ ਪੂਰੀ ਫਾਈਲ ਹੈ, ਇੱਕੋ ਫਾਈਲ 'ਚ ਸਾਰੇ ਕਾਗਜ਼ ਨੇ। ਮੈਂ ਕਹਾਂ ਜੀ ਇਹ ਕਾਗਜ਼ ਘਰ ਛੱਡ ਆਇਆ। ਮੈਂ ਦੂਜੇ ਵਕੀਲ ਸਾਹਿਬ ਨੂੰ ਰਿਕੁਐਸਟ ਕੀਤੀ ਜੀ ਮੈਨੂੰ ਕਾਪੀ ਦੇ ਦਿਓ, ਤੁਸੀਂ ਜੋ ਬੇਲ 'ਚ ਬੈਲ ਐਪਲੀਕੇਸ਼ਨ ਲਾਈ ਉਹਨਾਂ ਨੇ ਮੈਨੂੰ ਕਾਪੀ ਦਿੱਤੀ ਹੈ। ਇਹ ਸਾਡਾ ਰਿਵਾਜ ਹੈ। ਕੱਲ੍ਹ ਨੂੰ ਮੈਂ ਕਿਸੇ ਵੇਲੇ ਪਲੈਂਟਿਵ ਹੋਊਂਗਾ, ਮੈਨੂੰ ਕੋਈ ਦੂਜੀ ਪਾਰਟੀ ਮੰਗਦੀ ਹੈ, ਅਸੀਂ ਆਪ ਦੇ ਦਿੰਦੇ ਹਾਂ, ਲਓ ਸਰ ਕਾਪੀ ਲਓ। ਪੇਪਰ ਬੁੱਕ ਦੇਣ ਦਾ ਸਾਡਾ ਰਿਵਾਜ ਹੈ, ਅਸੀਂ ਦਿੰਦੇ, ਇਵਨ ਕੋਰਟ 'ਚ ਫੜਾਉਂਦੇ ਹਾਂ। ਦੂਜੀ ਪਾਰਟੀ ਦੇ ਵਕੀਲ ਨਾਲ ਗੱਲ ਕੀਤੀ ਹੈ, ਮੈਂ ਕਿਹਾ ਭਾਜੀ ਦਿਖਾਓ ਕੀ ਹੈ ਤੇ ਕੀ ਕਰਨਾ। ਬਸ ਮਤਲਬ ਅਸੀਂ ਤਾਂ ਕਲੀਗ ਆ, ਮੈਰਿਟ ਤੇ ਜੋ ਮਰਜ਼ੀ ਕਰੋ, ਪਰ ਚੋਰੀ, ਬੇਈਮਾਨੀ, ਠੱਗੀ, ਰਿਸ਼ਵਤ ਕਿਹਦੇ ਲਈ ਇਕੱਠੀ ਕਰਦੇ ਪਏ ਹੋ? ਇਹ ਜ਼ਿੰਦਗੀ ਤੁਹਾਡੇ ਕੰਮ ਨਹੀਂ ਆਉਣੀ, ਤੁਹਾਡੇ ਮਾੜੇ ਤੇ ਹੀ ਲੱਗਣੇ ਜੇ ਪੈਸੇ। ਔਰ ਕਿਉਂਕਿ ਉਸ ਪੈਸੇ 'ਚ ਬਦਦੁਆਵਾਂ ਨੇ, ਔਰ ਬਦਦੁਆਵਾਂ ਜ਼ਰੂਰ ਲੱਗਦੀਆਂ, ਦੁਆਵਾਂ ਲੱਗਣ ਜਾਂ ਨਾ ਲੱਗਣ, ਇਹ ਗੱਲ ਯਾਦ ਰੱਖੋ ਮੇਰੀ। ਤੇ ਸਰ ਇਹ ਤਾਂ ਕਹਿ ਸਕਦੇ ਹਾਂ ਕਿ ਇਨਸਾਨੀਅਤ ਇਸ ਤੋਂ ਥੱਲੇ ਹੋਰ ਕੀ ਗਿਰ ਸਕਦੀ ਹੈ, ਕਿ ਜੋ ਆਪਣੀ ਡਿਊਟੀ ਪੂਰੀ ਕਰਨ ਦਾ ਤਾਂ ਕੀ ਕਰਨਾ ਸੀ, ਉਲਟਾ ਉਸ ਪਰਿਵਾਰ ਨਾਲ ਜੋ ਕੁਝ ਕੀਤਾ ਸਰੋਤੇ ਤੁਸੀਂ ਸੁਣ ਹੀ ਲਿਆ। ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦੱਸਿਓ। ਅਜਿਹੇ ਪੁਲਿਸ ਮੁਲਾਜ਼ਮਾਂ ਬਾਰੇ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਅਜਿਹੇ ਲੋਕਾਂ ਨੂੰ ਠੱਲ ਪੈ ਸਕਦੀ ਹੈ, ਕੀ ਸੋਚਦੇ ਹੋ ਤੁਸੀਂ? ਕਮੈਂਟਾਂ 'ਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨਾ। ਤੇ ਸਰ ਉੱਥੇ ਹੀ ਇੱਕ ਇਹ ਵੀ ਸੱਚ ਹੈ, ਜਿਵੇਂ ਹੁਣ ਜਿਹੜਾ ਵੀ ਕੋਈ ਗੁਨਾਹਗਾਰ ਹੁੰਦਾ ਹੈ ਜਾਂ ਕਤਲ ਹੁੰਦਾ ਹੈ, ਜਿਸ ਨੇ ਗਲਤੀ ਕੀਤੀ ਹੁੰਦੀ ਹੈ, ਉਹ ਦੂਜੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਕਿ ਗਵਾਹ ਤੇ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨੂੰ ਕਿਸੇ ਝੂਠੇ ਕੇਸ ਦੇ ਵਿੱਚ ਉਲਝਾ ਕੇ, ਠੀਕ ਹੈ ਜੀ। ਤੇ ਕੀ ਤੁਹਾਡੇ ਤੇ ਵੀ ਕੋਈ ਦਬਾਅ ਪਾਉਣ ਦੀ ਜਾਂ ਤੁਹਾਨੂੰ ਕੋਈ ਲਾਲਚ ਦੇਣ ਦੀ ਕੋਸ਼ਿਸ਼ ਹੋਈ ਹੈ ਦੂਜੇ ਪਰਿਵਾਰ ਵੱਲੋਂ? ਕਿਉਂਕਿ ਜਿਹੜਾ ਵੀ ਕੋਈ ਗਲਤੀ ਕਰਦਾ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਚਾਹੁੰਦਾ ਹੈ ਵੀ ਮੈਂ ਕਿਸੇ ਲਾਲਚ ਨਾਲ ਜਾਂ ਕਿਸੇ ਦਬਾਅ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਕੇਸ ਤੋਂ ਬਾਹਰ ਹੋ ਜਾਵਾਂ। ਦੇਖੋ ਜੀ, ਮੈਂ ਤਾਂ ਕਿਸੇ ਲਾਲਚ 'ਚ ਨਹੀਂ ਆਉਂਦਾ ਹੈਗਾ, ਚਾਹੇ ਕੁਛ ਵੀ ਕਹੀ ਜਾਣ। ਮੈਂ ਤਾਂ ਕੇਸ ਲੜਨਾ, ਮੈਂ ਤਾਂ ਪ੍ਰਮਾਤਮਾ ਅੱਗੇ ਹੀ ਵੀ ਅਪੀਲ ਕਰਦਾ ਕਿ ਮੈਨੂੰ ਨਿਆਂ ਮਿਲੇ। ਜੋ ਕੁਛ ਮਰਜ਼ੀ ਲਾਲਚ ਦੇਈ ਜਾਣ, ਮੈਂ ਪਿੱਛੇ ਹਟਣ ਵਾਲਾ ਨਹੀਂ ਹੈਗਾ। ਮੈਂ ਆਪਦਾ ਪੁੱਤ ਕਮਾ ਲਿਆ, ਪੁੱਤ ਦੀ ਮੈਂ ਜ਼ਮੀਰ ਨਹੀਂ ਵੇਚਣੀ ਚਾਹੁੰਦਾ ਕਿ ਕੱਲ੍ਹ ਨੂੰ ਉਹਨੂੰ ਇਨਸਾਫ ਨਾ ਮਿਲੇ ਜੀ। ਬੱਚੇ ਸਾਡੇ ਦੀ ਕੋਈ ਕੀਮਤ ਨਹੀਂ ਹੈ ਭਾਜੀ। 30-35 ਲੱਖ ਸਹਿ ਲਾਂਗੇ, ਰਲ ਮਿਲ ਕੇ ਇਕੱਠਾ ਕਰ ਲਾਂਗੇ, ਪੈਸੇ ਕਰਕੇ ਨਹੀਂ। ਹੁਣ ਉਹਦੀ ਮਿੱਟੀ ਜਿਹੜੀ ਹੈ ਨਾ, ਜਿਹੜੀ ਸਾਡੇ ਘਰ ਦੇ 'ਚ ਅੱਜ ਵੀ ਹੈ, ਉਹਨੂੰ ਨਹੀਂ ਜਾਇਆ ਜਾਣ ਦਿੰਦੇ। ਜਿੰਨੀ ਮਰਜ਼ੀ ਲੰਬੀ ਲੜਾਈ ਲੜਨੀ ਪੈ ਜੇ, ਲੜਾਂਗੇ। The accused should not be left scot free। ਨਹੀਂ ਛੱਡਣਾ, ਇੱਕ ਨਹੀਂ, ਦੂਜਾ ਨਹੀਂ, ਤੀਜਾ ਨਹੀਂ, ਚੌਥਾ। ਕਿਉਂਕਿ ਜਿਹੜਾ ਚੋਰ ਹੁੰਦਾ ਨਾ, ਅੱਜ ਮੈਂ ਵੀ ਜਨਤਾ ਨੂੰ ਗੱਲ ਦੱਸ ਦਿੰਦਾ, ਜਿਹੜਾ ਚੋਰ, ਬੇਈਮਾਨ, ਕਾਤਲ ਜੋ ਮਰਜ਼ੀ ਹੁੰਦਾ, ਜਿਵੇਂ ਕਹਿੰਦੇ ਨਾ ਇਸ਼ਕ ਤੇ ਮੁਸ਼ਕ ਛੁਪਾਏ ਨਹੀਂ ਛੁਪਦੇ, ਉਹ ਵੀ ਕਿਤੇ ਨਾ ਕਿਤੇ ਆਪਣੇ ਸਬੂਤ ਛੱਡਦਾ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਉਦਾਹਰਨ ਦੇ ਦਿੱਤੀ, ਸ਼ਰੇਆਮ ਕਹਿੰਦਾ ਪਿਆ, ਬਚ ਸਕਦਾ ਤੇ ਬਚ ਕੇ ਦਿਖਾਵੇ। ਲੋਕ ਕਹਿੰਦੇ ਡਿਫੈਂਸ ਨਹੀਂ ਰੱਸੀ ਦੀ, ਉਹਨੇ ਕੰਸੀਲ ਕੀਤਾ ਫੈਕਟਰੀ, ਮੇਰੇ ਤੇ ਪਰਚਾ ਹੈ, ਮੇਰੇ ਤੇ 2 ਜਗ੍ਹਾ ਤੇ ਸਜ਼ਾ ਹੋਈ ਹੈ ਮੈਨੂੰ। ਉਹਦੀ ਵਾਈਫ ਨੇ ਕੀਤੀ, ਉਹਨੇ ਕੀਤੀ। 340 'ਚ ਕੌਣ ਬਚਾ ਲੂ ਇਹਨੂੰ? ਮੈਂ ਕਹਿੰਦਾ ਸਾਡੇ ਕੇਸ 'ਚ ਖੁਰਦ-ਬੁਰਦ ਕਰ ਲੂ, ਪੁਲਿਸ ਨੂੰ ਕਿਰਾਏ ਤੇ ਖਰੀਦ ਲੂ, ਪੁਲਿਸ ਜ਼ਮੀਰ ਵੇਚ ਲੂ, ਆਪਣਾ ਮੂੰਹ ਕਾਲਾ ਕਰਾ ਲੂ, ਜੁੱਤੀਆਂ ਦਾ ਹਾਰ ਵੀ ਗਲ 'ਚ ਪਾ ਲੇਗੀ। ਮੈਂ ਸ਼ਰੇਆਮ ਕਹਿੰਦਾ ਪਿਆ। ਇਹ ਜੋ 2 ਜਣੇ ਜਿਹੜੇ ਚੋਰ ਨੇ ਪੁਲਿਸ ਵਾਲੇ, ਜਿਨ੍ਹਾਂ ਨੇ ਪੈਸੇ ਖਾਦੇ ਆ, ਕੋਰਟ ਦੇ ਵਿੱਚ ਪਰਜਰੀ ਕੀਤੀ, ਉਹਨੂੰ ਕਿੱਥੋਂ ਬਚਾ ਲੇਗਾ? ਸਾਡੀ ਕੋਰਟ ਵਿਕਾਊ ਨਹੀਂ ਹੈ, ਐਟਲੀਸਟ ਕੋਰਟ ਵਿਕਾਊ ਨਹੀਂ ਹੈ। ਉਹਦੀ ਤੇ ਡਾਕੂਮੈਂਟਰੀ ਐਵੀਡੈਂਸ ਅਵੇਲੇਬਲ ਨਾ, ਉਹਦਾ ਕੀ ਜਵਾਬ ਦੇਊਗਾ ਮੈਂ ਕਿਉਂ ਛੁਪਾਇਆ? ਉਹਨੇ ਉਹ ਲਾਈਨ ਨਹੀਂ ਲਿਖੀ ਕਿ ਦੇਰ ਇਜ਼ ਨੋ ਅਦਰ ਕੇਸ ਪੈਂਡਿੰਗ, ਉਹ ਵੀ ਕੰਸੀਲ ਕਰਨਾ, ਐਫੀਡੇਵਿਟ ਦਿੱਤਾ ਕਿ ਮੈਂ ਨਥਿੰਗ ਹੈਜ਼ ਬੀਨ ਕੰਸੀਲਡ। ਤੇ ਮੇਰੇ ਕੋਲ ਸੁਪਰੀਮ ਕੋਰਟ ਦੀਆਂ ਜੱਜਮੈਂਟ ਹੈ, ਡਿਵੀਜ਼ਨ ਬੈਂਚ ਦੀਆਂ, ਜਿਹਦੇ 'ਚ 10 ਲੱਖ ਰੁਪਈਆ ਜੁਰਮਾਨਾ, ਤੇ 3 ਜਾਣਿਆਂ ਦੇ 30 ਲੱਖ ਤੇ ਉਹ ਵੜਦੇ ਪਿਆ। 357 'ਚ ਇਹਨਾਂ ਨੂੰ ਰਿਕਵਰੀ ਉਹ ਵੀ ਕਰਾ ਕੇ ਦਊਂਗਾ, ਵੀ ਜਿਹਦੇ ਵਿੱਚ ਇਹਨਾਂ ਦੇ ਬੱਚੇ ਦੀ ਅੱਜ ਉਮਰ ਕਿੰਨੀ ਸੀ ਤੇ ਪ੍ਰੋਜੈਕਟਡ ਉਹਨੇ ਕਿੰਨਾ ਪੈਸਾ ਕਮਾਉਣਾ ਸੀ, ਉਹ ਕਲੇਮ ਵੱਖਰਾ ਸਟੇਟ ਤੇ ਪਾਊਂਗਾ। ਉਸ ਪੁਲਿਸ ਵਾਲਿਆਂ ਨੂੰ ਪਾਰਟੀ ਨਾਲ ਰੱਖੂੰਗਾ ਜਿਨ੍ਹਾਂ ਨੇ ਪੈਸੇ ਖਾਧੇ। ਕਿੱਥੇ ਭੱਜ ਲੈਣਗੇ? ਹੁਣ ਮੇਰਾ ਲੱਗਣ ਨੂੰ ਰਿਹਾ ਕੀ ਹੈ? 4 ਕਾਗਜ਼ ਇੰਨੇ ਜੋਗੇ ਹੈਗੇ ਆ ਲਾਲਾਂ ਦੇ, ਬਸ।
ਇੱਥੇ ਮੈਂ ਇੱਕ ਹੋਰ ਵੀ ਗੱਲ ਦੱਸ ਦਿਆਂ ਜੀ। ਲਵਪ੍ਰੀਤ ਦੇ ਡੈਥ ਤੋਂ 4-5 ਦਿਨ ਪਹਿਲਾਂ ਲਵਪ੍ਰੀਤ ਤੇ ਦੀਪਕ ਤੇ ਇਹਦਾ ਪੂਰਾ ਸਹੁਰਾ ਪਰਿਵਾਰ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਨਾਲ ਦੀਪਕ ਕੌਣ ਜੋ ਲਵਪ੍ਰੀਤ ਦਾ ਦੋਸਤ ਜਿਹਨੂੰ ਆਖਰੀ ਸਮੇਂ ਬੁਲਾਇਆ। ਹਾਂਜੀ, ਉਹਨਾਂ ਸਾਰਿਆਂ ਨੂੰ ਕੋਈ ਨਵੀਂ ਫਿਲਮ ਆਈ ਸੀ, ਪੰਜਾਬੀ ਮੂਵੀ ਦਿਖਾ ਕੇ ਲੈ ਕੇ ਆਇਆ। ਦੀਪਕ ਕਹਿੰਦਾ ਉਸ ਟਾਈਮ ਇਹਦੀ ਜੇਬ 'ਚ 30,000 ਰੁਪਈਆ ਸੀ। 6,000 ਰੁਪਈਆ ਕਹਿੰਦਾ ਉਸ ਦਿਨ ਸਾਰਾ ਸ਼ਾਮ ਦੀ ਰੋਟੀ ਖਾਧੀ ਆ ਕਿਸੇ ਵਧੀਆ ਰੈਸਟੋਰੈਂਟ 'ਚ ਬਹਿ ਕੇ, ਸਾਰੇ ਪਰਿਵਾਰ ਨੂੰ ਰੋਟੀ ਖਵਾਈ ਆ, ਕਹਿੰਦਾ ਮੈਨੂੰ ਵੀ ਖਵਾਈ ਆ ਤੇ ਫਿਲਮ ਵੀ ਦਿਖਾਈ ਆ। 6,000 ਕਹਿੰਦਾ ਸਾਡਾ ਖਰਚਾ ਹੋ ਗਿਆ ਸੀ। 24,000 ਇਹਦੀ ਜੇਬ ਸੀ। ਇੱਕ XUV ਗੱਡੀ ਦੀ ਚਾਬੀ ਉਹ ਲਵਪ੍ਰੀਤ ਦੀ ਜੇਬ ਸੀ। ਇੱਕ ਚਾਬੀ ਤਾਂ ਘਰ ਹੀ ਸੀਗੀ। ਤੇ ਮੈਨੂੰ ਹੁਣ ਖਤਰਾ ਇਹ ਬਣਿਆ ਪਿਆ, ਮੈਂ XUV ਗੱਡੀ ਲੈ ਕੇ ਜਾਣਾ ਕਿਤੇ, ਇੱਕ ਚਾਬੀ ਉਹਨਾਂ ਕੋਲੇ ਆ ਵੀ ਕਿਤੇ ਮੇਰੀ ਗੱਡੀ ਨਾ ਕਿਤੇ ਇੱਧਰੋਂ ਉੱਧਰੋਂ ਚੁਰਾ ਕੇ ਲੈ ਜਾਣ, ਉਹ ਕਿਤੇ ਬਾਜ਼ਾਰ 'ਚ ਖੜੀ ਆ ਜਾਂ ਕਿਤੇ ਹੋਰ ਖੜੀ ਆ, ਜਿਵੇਂ ਅੱਜ ਜਾਂ ਚੰਡੀਗੜ੍ਹ ਖੜੀ ਆ, ਕਿਤੇ ਵੀ ਖੜੀ ਆ। ਇੱਕ ਚਾਬੀ ਸਾਡੇ ਕੋਲ ਆ ਵੀ ਇੱਕ ਚਾਬੀ ਉਹਨਾਂ ਕੋਲ ਆ, ਇੱਕ ਉਹਨਾਂ ਕੋਲ ਆ ਵੀ ਮੈਂ ਜਾਣੀ ਅੱਜ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਦੱਸਿਆ ਵੀ ਤਾਂ ਕਿ ਪਬਲਿਕ ਨੂੰ ਪਤਾ ਲੱਗ ਸਕੇ। ਯਾਨੀ ਕਿ ਇੱਕ ਚਾਬੀ ਦੀ ਰਿਕਵਰੀ ਵੀ ਪੈਂਡਿੰਗ ਹੈ, ਪੁਲਿਸ ਨੇ ਉਹ ਵੀ ਨਹੀਂ ਕੀਤੀ ਹਾਲੇ ਤੱਕ। ਸੋ ਦੋਸਤੋ ਇਹ ਸੀ ਲਵਪ੍ਰੀਤ ਸਿੰਘ ਲਵੀ ਧੰਨੋ ਪਿੰਡ ਜੋ ਕਿ ਮਲੇਰਕੋਟਲਾ ਦੇ ਨਜ਼ਦੀਕੀ, ਜਿਸ ਦੇ ਕਿ ਸਹੁਰੇ ਪਰਿਵਾਰ ਵੱਲੋਂ ਉਸ ਦੀ ਸੱਸ ਵੱਲੋਂ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਕੇਸ ਦੇ ਵਿੱਚ ਕੁਝ ਨਵੇਂ ਜੋ ਅਪਡੇਟ ਸਾਹਮਣੇ ਆਏ ਨੇ, ਉਸ ਦੀ ਸੱਸ ਵੱਲੋਂ ਸਹੁਰਾ ਪਰਿਵਾਰ ਵੱਲੋਂ ਮਾਣਯੋਗ ਹਾਈ ਕੋਰਟ ਦੇ ਵਿੱਚ ਜ਼ਮਾਨਤਾਂ ਲਗਾਈਆਂ ਗਈਆਂ ਸੀ, ਜੋ ਕਿ ਐਡਵੋਕੇਟ ਸੁਨੀਲ ਮੱਲਨ ਜੀ ਦੀਆਂ ਕੋਸ਼ਿਸ਼ਾਂ ਦੇ ਸਦਕਾ ਰੱਦ ਕਰਵਾ ਦਿੱਤੀਆਂ ਗਈਆਂ ਨੇ ਤੇ ਜਲਦ ਹੀ ਇਸ ਕੇਸ ਦੇ ਵਿੱਚ ਥੋੜੀ ਜਿਹੀ ਕਰੈਕਸ਼ਨ ਹੈ, ਰੱਦ ਨਹੀਂ ਹੋਈਆਂ, ਪੋਸਟਪੋਨ ਹੋਈਆਂ, ਜਿਹਦੇ ਵਿੱਚ ਅਗਲੀ ਡੇਟ ਹਲੇ ਸਾਨੂੰ ਪਤਾ ਲੱਗੇਗੀ। ਔਰ ਪੁਲਿਸ ਕੋਲੋਂ ਮੇਰੇ ਕਹਿਣ ਤੇ ਪੁਲਿਸ ਕੋਲੋਂ ਡਿਟੇਲਡ ਸਟੇਟਸ ਰਿਪੋਰਟ ਮੰਗਾਈ ਗਈ ਹੈ ਔਰ ਰੱਦ ਹੋਣਗੀਆਂ ਕਿਉਂਕਿ ਇਹ ਮਰਡਰ ਹੈ, 306 ਨਹੀਂ ਹੈ। ਉਹ ਲੋਕ ਇੱਕ ਪੰਚਾਇਤੀ ਰਾਜੀਨਾਮਾ ਦਿਖਾਉਂਦੇ ਆ ਵੀ ਵੇਖੋ ਜੀ ਇਹਨਾਂ ਨੇ ਪਿਓ ਪੁੱਤਰ ਦਾ ਆਪਸ 'ਚ ਰਾਜੀਨਾਮਾ ਹੋਇਆ ਸੀ, ਉਹ ਰਾਜੀਨਾਮਾ ਸਿਰੇ ਨਹੀਂ ਚੜਿਆ ਔਰ ਉਹ ਕਿੰਨਾ ਉਹਦੇ ਵਿੱਚ ਕੁੜੀ ਦਾ ਪਿਓ ਕਹਿ ਕੇ ਜਾਂਦਾ ਪਿਆ ਕਿ ਮੈਂ ਇੱਕ ਕਤਲ ਹੋਰ ਕਰ ਲੈਣਾ। ਸੋ ਕਈ ਸਾਰੀਆਂ ਉਹਦੀ ਜਿਹੜੇ ਦੂਜੇ ਪੱਖ ਨੇ ਜਿਹੜੇ ਮਾਨਯੋਗ ਅਦਾਲਤ ਨੂੰ ਨਹੀਂ ਦਿਖਾਏ ਜਾਂਦੇ ਪਏ, ਉਹ ਅਸੀਂ ਆਪਣੀ ਰਿਪਲਾਈ 'ਚ ਦਿਖਾਵਾਂਗੇ ਔਰ ਸਾਨੂੰ ਹੱਕ ਮਿਲੇਗਾ, ਅਦਾਲਤ 'ਚ ਜ਼ਰੂਰ ਮਿਲੇਗਾ। ਪੁਲਿਸ ਜਿੰਨੀ ਮਰਜ਼ੀ ਦੋਸ਼ੀਆਂ ਦੀ ਮਦਦ ਕਰ ਲੇ, ਜਿੰਨਾ ਮਰਜ਼ੀ ਉਹਨਾਂ ਦੇ ਨਾਲ ਚੱਲ ਪਵੇ, ਉਹਨਾਂ ਦੇ ਘਰ ਜਾ ਕੇ ਰਹਿਣ ਲੱਗ ਪਵੇ, ਪਰ ਇਹ ਪੱਕੀ ਗੱਲ ਹੈ ਕਿ ਅਸੀਂ ਅਦਾਲਤ ਕੋਲੋਂ ਸਾਨੂੰ ਇਨਸਾਫ ਮਿਲਣਾ ਔਰ ਟਾਈਮ ਲੱਗ ਜਾਏਗਾ ਕਿਉਂਕਿ ਆਪੋਜ਼ਿਟ ਨੇ ਪੁਲਿਸ ਵਾਲੇ। ਜਦ ਕਿ ਪੁਲਿਸ ਦਾ ਕੰਮ ਹੁੰਦਾ ਕੇਸ ਨੂੰ ਪ੍ਰੂਵ ਕਰਨਾ, ਤੇ ਪੁਲਿਸ ਤੇ ਜਾ ਕੇ ਕਹੀ ਜਾਂਦੀ ਹੈ ਕਿ ਮੈਨੂੰ ਤੇ ਬੰਦਾ ਹੀ ਨਹੀਂ ਚਾਹੀਦਾ, ਹੁਣ ਕੋਈ ਚਾਬੀ ਕਿੱਥੋਂ ਲੈ ਕੇ ਦੇਵੇਗਾ। ਅੱਜ ਇਹਨਾਂ ਦੀ ਨਵੀਂ ਸਟੇਟਮੈਂਟ ਬਣਾ ਕੇ ਵੀ ਪਾਉਣੀ ਹੈ ਵੀ ਆਹ ਚੀਜ਼ਾਂ ਪੈਂਡਿੰਗ ਨੇ, ਇਹਦੇ ਤੇ ਮੈਨੂੰ ਦੱਸੋ ਕੀ ਤੁਸੀਂ ਮੇਰੀ ਕਾਰਵਾਈ ਕੀਤੀ ਹੈ ਜੀ। ਸੋ ਦੋਸਤੋ ਇਹ ਸੀ ਲਵਪ੍ਰੀਤ ਲਵੀ ਮਾਮਲੇ ਦੇ ਵਿੱਚ ਲੇਟੈਸਟ ਅਪਡੇਟ, ਜੋ ਕਿ ਉਹਨੇ ਲਵਪ੍ਰੀਤ ਲਵੀ ਦੇ ਸਹੁਰਾ ਪਰਿਵਾਰ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ, ਉਹ ਪੋਸਟਪੋਨ ਹੋ ਗਈ ਹੈ ਤੇ ਜਲਦੀ ਇਨਸਾਫ ਵੀ ਮਿਲੇਗਾ ਕਿਉਂਕਿ ਜਿੱਥੇ ਸੁਨੀਲ ਮੱਲਨ ਐਡਵੋਕੇਟ ਜੀ ਜਾਨ ਦੇ ਨਾਲ ਇਸ ਕੇਸ ਦੇ ਵਿੱਚ ਪਰਿਵਾਰ ਦੀ ਪੈਰਵਾਈ ਕਰਨ ਲੱਗੇ ਹੋਏ ਨੇ, ਉੱਥੇ ਤੁਹਾਡੀ ਵੀ ਅਨੇਕਾਂ ਦੁਆਵਾਂ ਇਸ ਪਰਿਵਾਰ ਦੇ ਨਾਲ ਨੇ ਕਿ ਜਿਨ੍ਹਾਂ ਦੇ ਜੋ ਕਿ ਉਹਨਾਂ ਦਾ ਚਿਰਾਗ ਸੀ ਉਸ ਨੂੰ ਬੁਝਾਉਣ ਤੋਂ ਬਾਅਦ ਵੀ ਉਹਨਾਂ ਦੇ ਨਾਲ ਕਿੰਨਾ ਜ਼ਿਆਦਾ ਧੱਕਾ ਪ੍ਰਸ਼ਾਸਨ ਦੇ ਕੁਝ ਕੁ ਅਧਿਕਾਰੀਆਂ ਵੱਲੋਂ ਤੇ ਹੋਰ ਲੋਕਾਂ ਵੱਲੋਂ ਕੀਤਾ ਗਿਆ। ਤੇ ਜਿਵੇਂ ਹੀ ਇਸ ਵਿੱਚ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਉਸੇ ਸਮੇਂ ਤੁਹਾਡੇ ਲਈ ਲਿਮਟਿਡ ਗਿਆਨ ਤੇ ਲੈ ਕੇ ਹਾਜ਼ਰ ਹੋਵਾਂਗੇ। ਸੋ ਫਿਲਹਾਲ ਹੁਣ ਇੱਥੇ ਸਾਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।